गुड मॉर्निंग पंजाबियो लेके हाज़र हाँ पंजाब ਅਤੇ देश विदेश ਦੀਆਂ ਵੱਡੀਆਂ ਖਬਰਾਂ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ, ਜਿਸ ਨੂੰ ਫੈਲਣ ਤੋਂ ਰੋਕਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ 22 ਮਾਰਚ ਦੇ ਦਿਨ ਜਨਤਾ ਕਰਫਿਊ ਲਗਾਇਆ ਜਾਵੇ, ਜਿਸ ਨੂੰ ਭਾਰਤ ਵਾਸੀਆਂ ਦੇ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਆਵਾਜਾਈ ਠੱਪ ਰਹੀ, ਸੜਕਾਂ ਸ਼ਾਂਤ ਰਹੀਆਂ, ਕੋਈ ਵੀ ਵਾਹਨ ਸੜਕਾਂ ਤੇ ਦਿਖਾਈ ਨਹੀਂ ਦਿੱਤਾ। ਲੋਕਾਂ ਨੇ ਆਪਣੇ ਆਪ ਨੂੰ ਘਰ ਦੇ ਵਿੱਚ ਰਹਿਣਾ ਹੀ ਸਹੀ ਸਮਝਿਆ। कोरोना वायरस ਨੂੰ ਲੈ ਕੇ ਭਾਰਤ ਸਮੇਤ ਸਮੁੱਚੇ ਵਿਸ਼ਵ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਚੀਨ ਤੋਂ ਫੈਲੀ ਇਸ ਲਾਇਲਾਜ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਭਾਰਤ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਜਨਤਾ ਕਰਫਿਊ ਦਾ ਐਲਾਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੀ। ਜਨਤਾ ਕਰਫਿਊ ਦਾ ਅਸਰ ਪੂਰੇ ਭਾਰਤ ਦੇ ਵਿੱਚ ਦੇਖਣ ਨੂੰ ਮਿਲਿਆ। ਹਰ ਪਾਸੇ ਸਨਾਟਾ ਦਿਖਾਈ ਦਿੱਤਾ। ਲੋਕਾਂ ਨੇ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਦਿੱਤਾ। ਲੋਕਾਂ ਨੇ ਘਰਾਂ ਦੇ ਵਿੱਚ ਹੀ ਰਹਿਣ ਨੂੰ ਤਰਜੀਹ ਦਿੱਤੀ ਹੈ। ਸੜਕਾਂ ਤੇ ਸਨਾਟਾ ਛਾਇਆ ਰਿਹਾ। ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਦੇ ਲਈ ਰੇਲਵੇ ਨੇ ਇੱਕ ਵੱਡਾ ਕਦਮ ਚੁੱਕਿਆ। ਰੇਲਵੇ ਨੇ 31 ਮਾਰਚ ਤੱਕ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਮੁਤਾਬਕ 22 ਮਾਰਚ ਦੀ ਅੱਧੀ ਰਾਤ ਤੱਕ ਕੇਵਲ ਮਾਲ ਗੱਡੀਆਂ ਹੀ ਚੱਲਣਗੀਆਂ। ਪਹਿਲਾਂ ਰੇਲਵੇ ਵਿਚਾਰ ਕਰ ਰਿਹਾ ਸੀ ਕਿ 25 ਮਾਰਚ ਤੱਕ ਟ੍ਰੇਨਾਂ ਨੂੰ ਕੈਂਸਲ ਕੀਤਾ ਜਾਵੇ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਬਿਹਾਰ ਦੇ ਪਟਨਾ ਏਮਜ਼ ਦੇ ਵਿੱਚ ਕੋਰੋਨਾ ਨਾਲ ਪਹਿਲੀ ਮੌਤ ਹੋਈ ਹੈ। ਮਹਾਰਾਸ਼ਟਰ ਦੇ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6 ਹੋ ਗਈ ਹੈ। ਦੇਸ਼ ਦੇ ਵਿੱਚ ਹੁਣ ਤੱਕ ਇਸ ਵਾਇਰਸ ਦੀ ਲਪੇਟ ਦੇ ਵਿੱਚ 341 ਤੋਂ ਵੱਧ ਵਿਅਕਤੀ ਆ ਚੁੱਕੇ ਨੇ। ਪੂਰੀ ਦੁਨੀਆ ਦੇ ਵਿੱਚ ਇਸ ਵੇਲੇ 3,07,278 ਵਿਅਕਤੀ ਕੋਰੋਨਾ ਕਰਕੇ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਹੇ ਨੇ। ਪੂਰੀ ਦੁਨੀਆ ਦੇ ਵਿੱਚ ਹੁਣ ਤੱਕ ਇਸ ਵਾਇਰਸ ਨੇ 13,000 ਤੋਂ ਵੱਧ ਜਾਨਾਂ ਲੈ ਲਈਆਂ ਨੇ। ਪਟਨਾ ਏਮਜ਼ ਦੇ ਵਿੱਚ ਭਰਤੀ ਮੁੰਗੇਰ ਦੇ ਪਿੰਡ ਚੁਰੰਬਾ ਨਿਵਾਸੀ 38 ਸਾਲਾ ਨੌਜਵਾਨ ਨੇ ਸ਼ਨੀਚਰਵਾਰ ਨੂੰ ਦਮ ਤੋੜਿਆ। ਬਿਹਾਰ ਦੇ ਵਿੱਚ ਕੋਰੋਨਾ ਦੇ 2 ਪॉजिटिव ਮਰੀਜ਼ ਵੀ ਮਿਲੇ ਨੇ। ਇੱਕ ਕਤਰ ਦੇਸ਼ ਤੋਂ ਅਤੇ ਦੂਜਾ ਸਕਾਟਲੈਂਡ ਤੋਂ ਆਇਆ ਸੀ। वो मुंगेर का रहने वाला था और दूसरी जो है एडमिटेड है भी एम्स में। तो हम लोग उसका जो प्रोटोकॉल होता है उसी पर एक बैठक भी कर रहे हैं कि पूरा अब कैसे उसको हैंडल करना है, क्योंकि वह जिनको भी हुआ है उनके क्या कॉन्टैक्ट थे, कहाँ गए थे, कैसे कहाँ मूव किया है, किस किस को इन्फेक्ट कर सकते हैं। तो उसी पर हम लोग बैठक कर रहे हैं। अब हम लोग को वो प्रोटोकॉल फॉलो करना पड़ेगा। एक मौत कंफर्म हो रही है आपके द्वारा? एक मौत कंफर्म कर रहे हैं आप? एक मौत पहले ही हो गई है टेस्ट रिपोर्ट आने से पहले, तो इसलिए अब हम लोग उसको कोरिलेट करने की कोशिश कर रहे हैं। कोरोना से मौत मानी है? मतलब मानना चाहिए कोरोना से मौत है। सर दूसरा जो संदिग्ध है वो कहाँ पर है? अभी एम्स में एडमिटेड है। सर एक एनएमसीएच में भी पॉजिटिव केस मिला है, ऐसा कुछ खबर क्या? एनएमसीएच में एक मिला है। देखिए ऐसा है ना कि सिर्फ 2 ही केस पॉजिटिव अभी तक मिले हैं हम लोगों को, जिसको RMRI ने कंफर्म्ड किया है। उसको किडनी फेलियर था, वो किडनी फेलियर के लिए ही एडमिटेड था वहाँ पर, तो उसका डेथ पहले ही हो गया है, मगर सैंपल का रिजल्ट अभी आया है। और एक अभी लेडी है जो एडमिटेड है एम्स में ही, एम्स पटना में एडमिटेड है। ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਦੇ ਵੱਲੋਂ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਯਕੀਨੀ ਕੀਤੀ ਜਾ ਰਹੀ ਹੈ, ਜਿੱਥੇ ਕੋਰੋਨਾ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਹੈ। ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਇਟਲੀ ਦੇ ਵਿੱਚ ਫਸੇ ਭਾਰਤ ਦੇ 263 ਭਾਰਤੀਆਂ ਨੂੰ 에ਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਸਵੇਰੇ ਭਾਰਤ ਲੈ ਕੇ ਪੁੱਜਿਆ। ਇਹ ਜਹਾਜ਼ ਦਿੱਲੀ ਹਵਾਈ ਅੱਡੇ ਉੱਤੇ ਉਤਰਿਆ, ਜਿੱਥੇ ਸਾਰੇ ਭਾਰਤੀਆਂ ਦੀ ਸਕਰੀਨਿੰਗ ਕੀਤੀ ਗਈ, ਜਿਸ ਤੋਂ ਬਾਅਦ ਸਾਰਿਆਂ ਨੂੰ ਦਿੱਲੀ ਸਥਿਤ ਇੰਡੋ ਤਿੱਬਤ ਬਾਰਡਰ ਪੁਲਿਸ ਦੇ ਛਾਲਵਾ ਕੈਂਪ ਲਿਜਾਇਆ ਗਿਆ, ਜਿੱਥੇ ਉਹ 14 ਦਿਨ ਰਹਿਣਗੇ। ਇਹਨਾਂ ਸਾਰੇ ਭਾਰਤੀਆਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਸਾਰਿਆਂ ਦੇ ਟੈਸਟ ਨੈਗੇਟਿਵ ਆਏ ਤਾਂ ਉਹਨਾਂ ਨੂੰ ਆਪਣੇ ਘਰ ਵਿੱਚ ਭੇਜ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਜਨਤਾ ਕਰਫਿਊ ਨੂੰ ਪੂਰਾ ਸਮਰਥਨ ਦਿੱਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੀ ਅਪੀਲ ਦਾ ਸਵਾਗਤ ਸ਼ਾਮ 5 ਵਜੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਤਾੜੀ ਥਾਲੀ ਘੰਟੀਆਂ ਅਤੇ ਸ਼ੰਖ ਵਜਾ ਕੇ ਉਹਨਾਂ ਸਿਹਤ ਅਤੇ ਪ੍ਰਸ਼ਾਸਨਿਕ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ, ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇਸ ਲੜਾਈ ਵਿਰੁੱਧ ਲੜ ਰਹੇ ਨੇ। ਚੰਡੀਗੜ੍ਹ, ਪੰਜਾਬ, ਦਿੱਲੀ ਸਮੇਤ ਪੂਰਾ ਭਾਰਤ ਕੋਰੋਨਾ ਵਾਇਰਸ ਦੇ ਖਤਰੇ ਦੇ ਨਾਲ ਨਜਿੱਠਣ ਲਈ ਇਕਜੁੱਟ ਦਿਖਾਈ ਦਿੱਤਾ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ 31 ਮਾਰਚ ਤੱਕ ਰਾਜਧਾਨੀ ਦੇ ਵਿੱਚ ਲਾਕਡਾਊਨ ਕਰਨ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ 6 ਵਜੇ ਦਿੱਲੀ ਅੰਦਰ ਤਾਲਾਬੰਦੀ ਕੀਤੀ ਜਾਵੇਗੀ। ਦਿੱਲੀ ਵਿੱਚ ਪਬਲਿਕ ਟਰਾਂਸਪੋਰਟ ਵੀ ਨਹੀਂ ਚੱਲੇਗੀ। ਦਿੱਲੀ ਦੇ ਵਿੱਚ ਹੁਣ ਤੱਕ 27 ਮਾਮਲੇ ਸਾਹਮਣੇ ਆ ਚੁੱਕੇ ਨੇ। ਇਹਨਾਂ ਦੇ ਵਿੱਚੋਂ 6 ਨੂੰ ਵਾਇਰਸ ਇੱਕ ਦੂਜੇ ਤੋਂ ਫੈਲਿਆ। 21 ਵਿਦੇਸ਼ਾਂ ਤੋਂ ਹੀ ਵਾਇਰਸ ਦੇ ਨਾਲ ਸੰਕਰਮਿਤ ਹੋ ਕੇ ਆਏ ਸਨ।
ਯੋਗੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੱਡਾ ਬਿਆਨ ਦਿੱਤਾ। ਯੋਗੀ ਨੇ ਸੂਬੇ ਦੇ ਲੋਕਾਂ ਨੂੰ ਕਿਹਾ ਕਿ ਲੋਕ ਅੱਗੇ ਵੀ ਜਨਤਾ ਕਰਫਿਊ ਦੇ ਲਈ ਤਿਆਰ ਰਹਿਣ। ਇਸ ਦੇ ਨਾਲ ਹੀ ਯੋਗੀ ਨੇ ਅਪੀਲ ਕੀਤੀ ਹੈ ਕਿ ਸਮਾਨ ਦੀ ਜਮਾਖੋਰੀ ਨਾ ਕੀਤੀ ਜਾਵੇ। आदरणीय प्रधानमंत्री जी के मार्गदर्शन में अपने देश की 130 करोड़ जनता की सुरक्षा, उनके स्वास्थ्य के लिए इस प्रकार के वायरस के खिलाफ एक सामूहिक लड़ाई को लड़ना पड़ेगा। कोरोना वायरस के खिलाफ जागरूकता बचाव का सबसे बड़ा माध्यम हो सकता है। बीमारी के उपचार से महत्वपूर्ण पहलू बचाव का है और बचाव के लिए ही ये सारे प्रयास किए जा रहे हैं, क्योंकि कोरोना वायरस एक संक्रामक बीमारी है, छूत की बीमारी है। एक दूसरे के साथ संपर्क से ये बढ़ सकती है। अगर कोई संक्रमित व्यक्ति है तो संक्रमित व्यक्ति के संपर्क में आने से यह बीमारी और लोगों में फैल सकती है। इसलिए आवश्यक है कि हम सोशल डिस्टेंस बना करके रखें, बार बार हाथ धोने और अन्य जो भी सुझाव डॉक्टरों के द्वारा दिए जा रहे हैं, चिकित्सकों और विशेषज्ञों के द्वारा दिए जा रहे हैं, उन सब का हम ध्यान रखें। ये अत्यंत महत्वपूर्ण है और इसी दृष्टि से आज ये जनता कर्फ्यू का आह्वान देश की 130 करोड़ जनता को कोरोना वायरस से सुरक्षित रखने के लिए आदरणीय प्रधानमंत्री जी ने किया है। मैं आह्वान करूंगा, जनता कर्फ्यू में हर नागरिक अपनी सहभागिता दर्ज करते हुए अपने राष्ट्रीय कर्तव्यों का निर्वहन करें। प्रदेश सरकार ने इसके लिए एहतियातन सभी कदम उठाए हैं। कोरोना वायरस के बचाव की दिशा से हम जितनी सावधानी बरत लें वो अत्यंत महत्वपूर्ण होगा। जो लोग इस संक्रमण की चपेट में आए थे, प्रदेश में यह संख्या कुल 27 थी, जिनमें से 11 पूरी तरह स्वस्थ हो चुके हैं। शेष सभी लोग स्टेबल हैं और तेजी के साथ उनके स्वास्थ्य में सुधार हो रहा है। हमारा प्रयास होना चाहिए कि हम ये संख्या किसी भी स्थिति में न बढ़ने दें और इसके लिए हमें जनता कर्फ्यू जैसे कार्यक्रमों के लिए तैयार रहना होगा। ਯੋਗ ਗੁਰੂ ਰਾਮਦੇਵ ਨੇ ਕੋਰੋਨਾ ਵਾਇਰਸ ਨੂੰ ਭਿਆਨਕ ਦੱਸਦਿਆਂ ਕਿਹਾ ਕਿ ਲੋਕਾਂ ਨੂੰ ਹੁਣੇ ਤੋਂ ਇਸ ਨੂੰ ਸੀਰੀਅਸ ਲੈਣਾ ਚਾਹੀਦਾ, ਨਹੀਂ ਤਾਂ ਭਾਰਤ ਦੇ ਵਿੱਚ ਹੋਰ ਵੀ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਸਕਦੇ ਨੇ। ਲੋਕਾਂ ਨੂੰ ਰਾਮਦੇਵ ਨੇ ਘਰ ਦੇ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ। हम स्टेज 3 के दौर से गुजर रहे हैं और इस समय यह सामूहिक रूप से एक समुदाय के अंदर यदि यह संक्रमण हो जाता है तो यह देश के लिए एक न संभालने वाली स्थिति होगी, क्योंकि ना तो हिंदुस्तान में उतने हॉस्पिटल्स हैं, ना उतने डॉक्टर नर्सेज, ना उतने आईसीयू और वेंटिलेटर्स हैं कि हम करोड़ों लोगों को संक्रमित होने के बाद उपचार दे सकेंगे। लाखों करोड़ों लोगों की लाशें बीत सकती हैं। इतना खतरनाक है ये संक्रमण, खास करके बच्चों और बुजुर्गों के लिए। इसलिए आने वाला 1 से 2 महीने का जो समय है उसमें सबको संयम बरतते हुए घरों में रह करके ही योग साधना, सत्संग, भजन, कीर्तन और अपना जो भी आवश्यक कार्य है, पढ़ाई, अध्ययन आदि, उसको करते हुए हमें इस कोरोना से लड़ना ही, इस जंग को जीतना है और भारत को कोरोना मुक्त बनाना है। और इस कोरोना मुक्ति के आंदोलन में सबको अपने हिस्से की भागीदारी और जिम्मेदारी को निभाना है। ਬੁਲਟਨ ਦੇ ਵਿੱਚ ਸਮਾਂ ਹੋ ਗਿਆ ਕਿ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦਿਖਾਵਾਂਗੇ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਕਿੰਨੇ ਵਧੇ ਨੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਿਨ ਦੇ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ, ਜਿਸ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ 31 ਮਾਰਚ ਤੱਕ
ਜਨਤਾ ਕਰਫਿਊ ਵਧਾਉਣ ਦਾ ਐਲਾਨ ਕੀਤਾ, ਜਾਣੀ ਕਿ 31 ਮਾਰਚ ਤੱਕ ਪੰਜਾਬ ਬੰਦ ਰਹੇਗਾ, ਪਰ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਜ਼ਰੂਰ ਮਿਲਦਾ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਵੱਡਾ ਫੈਸਲਾ ਲਿਆ ਤੇ 31 ਮਾਰਚ ਤੱਕ ਜਨਤਾ ਕਰਫਿਊ ਵਧਾਉਣ ਦਾ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ। ਇਹਦੇ ਨਾਲ ਹੀ ਇੱਕ ਦਿਨ ਦੇ ਕਰਫਿਊ ਦਾ ਚੰਡੀਗੜ੍ਹ ਦੇ ਲੋਕਾਂ ਦੇ ਵੱਲੋਂ ਵੀ ਭਰਪੂਰ ਸਮਰਥਨ ਕੀਤਾ ਗਿਆ। ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਰੋਕਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤੱਕ ਸਮੁੱਚੇ ਸੂਬੇ ਦੇ ਵਿੱਚ ਲਾਕਡਾਊਨ ਦੇ ਹੁਕਮ ਜਾਰੀ ਕੀਤੇ ਨੇ। ਜੇ ਹੁਕਮ ਕੋਰੋਨਾ ਵਾਇਰਸ ਨਾਲ ਜੰਗ ਲੜਨ ਦੇ ਲਈ ਦਿੱਤੇ ਗਏ ਨੇ। ਇਸ ਦੌਰਾਨ ਸੂਬੇ ਦੇ ਵਿੱਚ ਸਾਰੀਆਂ ਗੈਰ ਜ਼ਰੂਰੀ ਸੇਵਾਵਾਂ ਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੀਆਂ। ਕੋਰੋਨਾ ਵਾਇਰਸ ਆਮ ਜਨਤਾ ਦੇ ਵਿੱਚ ਨਾ ਫੈਲੇ ਅਤੇ ਆਮ ਜਨਤਾ ਦੇ ਬਚਾਅ ਦੇ ਲਈ ਅਜਿਹੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਦੇ ਵਿੱਚ 31 ਮਾਰਚ ਤੱਕ ਲਾਕਡਾਊਨ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਹੀ ਚੱਲਣਗੀਆਂ। ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਇਸ ਸੰਬੰਧੀ ਵਾਜਬ ਹੁਕਮ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਸਾਰੇ ਐਸਐਸਪੀ ਅਤੇ ਡੀਸੀਜ਼ ਨੂੰ ਕਿਹਾ ਗਿਆ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣ। 14 केस अब तक हो गए हैं, 21 मेरे ख्याल के चांस हैं। और दूसरा जो दूसरे लोग हैं जो नेगेटिव भी बहुत पाए जा रहे हैं। हमारी पॉपुलेशन बहुत कंजेस्टेड है, बहुत ज़्यादा नज़दीकी है, तो एक हमारा कल्चर है कि हमारा मेल जोल बहुत ज़्यादा है। वो लोग जो गोरे लोग हैं, जो इंग्लिश लोग हैं, वो कम मिलते हैं एक दूसरे से, लेकिन हमारे तो शादी में कभी कभी में बहुत सारे लोग इकट्ठे हो जाते हैं, तो उससे उस गैदरिंग से हमारा जो धार्मिक फंक्शन होते हैं उनमें भी बहुत बड़ी गैदरिंग हो जाती है, तो उसमें हमारा नुकसान ज़्यादा हो सकता था। इसलिए हमारे सीएम साहब ने ये लॉकडाउन का फैसला लिया है। तो कहता है इससे बड़ा एक मैं कहता हूँ अच्छा मैसेज जाएगा, प्लस हमारी जो महामारी जो बड़ी हमारे लिए आफत बनी हुई है उससे हम बच सकेंगे। जो एमरजेंसी या एसेंशियल गुड्स हैं वो सबकी सप्लाई चालू रहेगी। और जो बाई दी पे कुछ सब्ज़ी वाला है तो सब्ज़ी वाला अपने उस पर कोई जो रेडी है जहाँ रेड़ा है जहाँ उस जिससे भी वो सेल करता है वो कर सकता है। दूध की सप्लाई रेगुलर रहेगी। जो उसकी बेसिक नीड्स हैं जो डेली की हैं वो सबकी पूरी की जाएगी। ਪੰਜਾਬ ਦੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਵੱਧ ਕੇ 21 ਹੋ ਗਈ ਹੈ। ਮ੍ਰਿਤਕ ਬਲਦੇਵ ਸਿੰਘ ਤੋਂ 5 ਹੋਰ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਹੋਇਆ। 21 ਦੇ ਵਿੱਚੋਂ 14 ਕੇਸ ਨਵਾਂ ਸ਼ਹਿਰ ਦੇ ਹੀ ਸਾਹਮਣੇ ਆ ਚੁੱਕੇ ਨੇ। ਬਲਦੇਵ ਦੇ ਪਰਿਵਾਰ ਦੇ 7 ਮੈਂਬਰ ਵੀ ਕੋਰੋਨਾ ਦੇ ਨਾਲ ਪੀੜਤ ਨੇ। ਬਲਦੇਵ ਸਿੰਘ ਕੋਰੋਨਾ ਦੀ ਹਾਲਤ ਦੇ ਵਿੱਚ ਹੋਲਾ ਮਹੱਲਾ ਦੇ ਵਿੱਚ ਸ਼ਰੀਕ ਹੋਇਆ ਸੀ। ਸਰਕਾਰ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਲਿਆਂ ਨੂੰ ਮੈਡੀਕਲ ਚੈੱਕਅਪ ਕਰਾਉਣ ਦੀ ਸਲਾਹ ਦਿੱਤੀ ਸੀ। ਪੰਜਾਬ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 31 ਮਾਰਚ ਤੱਕ ਲਾਕਡਾਊਨ ਕਰਨ ਦਾ ਫੈਸਲਾ ਲਿਆ। ਚੰਡੀਗੜ੍ਹ ਦੇ ਵਿੱਚ ਵੀ 31 ਮਾਰਚ ਤੱਕ ਸਾਰੀਆਂ ਪਾਬੰਦੀਆਂ ਜਾਰੀ ਰਹਿਣਗੀਆਂ। ਸਕੂਲ, ਕਾਲਜ, ਯੂਨੀਵਰਸਿਟੀ, ਪਬਲਿਕ ਟਰਾਂਸਪੋਰਟ ਸਭ ਕੁਝ ਬੰਦ ਰਹੇਗਾ। ਕੇਵਲ ਖਾਣ ਪੀਣ, ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ। ਬਿਜਲੀ, ਪਾਣੀ, ਸਿਹਤ, ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਨਤਾ ਕਰਫਿਊ ਦੀ ਅਪੀਲ ਦਾ ਅਸਰ ਚੰਡੀਗੜ੍ਹ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਸਹੀ ਸਮਝਿਆ ਅਤੇ ਸੜਕਾਂ ਤੇ ਸਨਾਟਾ ਛਾਇਆ ਰਿਹਾ। ਚੰਡੀਗੜ੍ਹ ਦੇ ਮੇਨ ਵਿਜ਼ਿਟ ਪੁਆਇੰਟਾਂ ਦੇ ਵਿੱਚੋਂ ਇੱਕ ਹੈ ਸੁਖਨਾ ਲੇਕ, ਤੇ ਅਸੀਂ ਇਸ ਸਮੇਂ ਸੁਖਨਾ ਲੇਕ ਦੇ ਬਿਲਕੁਲ ਬਾਹਰ ਜਿਹੜੀ ਸੜਕ ਜਾਂਦੀ ਹੈ ਉੱਥੇ ਅਸੀਂ ਖੜੇ ਹਾਂ। ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਆ ਜਿਹੜੀ ਸਾਹਮਣੇ ਲਾਈਟਾਂ ਲਗਾਈਆਂ ਗਈਆਂ ਉੱਪਰ ਪੈਦਲ ਦਾ ਨਿਸ਼ਾਨ ਹੈ, ਇਹ ਜਨਤਾ ਦੀ ਕ੍ਰੋਸਿੰਗ ਦੇ ਲਈ ਲਗਾਇਆ ਗਿਆ। ਤੁਸੀਂ ਸਮਝ ਸਕਦੇ ਹੋ ਕਿ ਲਾਈਟਾਂ ਤੋਂ ਕਿ ਇੱਥੇ ਜਨਤਾ ਦੀ ਆਮਦ ਕਿੰਨੀ ਹੁੰਦੀ ਹੈ, ਔਰ ਉਹਨਾਂ ਨੂੰ ਟ੍ਰੈਫਿਕ ਨੂੰ ਰੋਕ ਕੇ ਸਪੈਸ਼ਲੀ ਲਾਈਟਾਂ ਲਗਾਈਆਂ ਗਈਆਂ ਜਨਤਾ ਦੀ ਕ੍ਰੋਸਿੰਗ ਲਈ। ਔਰ ਤੁਸੀਂ ਹੁਣ ਸਮਝ ਸਕਦੇ ਹੋ ਕਿ ਇਹ ਲਾਈਟਾਂ ਤੋਂ ਕਿ ਲੋਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਕਿ ਉਹਨਾਂ ਨੂੰ ਕ੍ਰੋਸ ਕਰਨ ਦੇ ਲਈ ਟ੍ਰੈਫਿਕ ਨੂੰ ਰੋਕਣਾ ਪੈਂਦਾ ਹੈ। ਫਿਰ ਜਨਤਾ ਨੂੰ ਇੱਥੋਂ ਸੜਕ ਪਾਰ ਕਰਾਈ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਟ੍ਰੈਫਿਕ ਜਾਂਦੀ ਹੈ, ਫਿਰ ਕ੍ਰੋਸਿੰਗ ਇਵੇਂ ਰੈਗੂਲਰ ਹੁੰਦਾ ਹੈ। ਤੇ ਤੁਸੀਂ ਹੁਣ ਇਸ ਸਮੇਂ ਦੇਖ ਸਕਦੇ ਹੋ ਕਿ ਇੱਥੇ ਬਿਲਕੁਲ ਸੁਨਸਾਨ ਹੋਇਆ ਪਿਆ। ਕੋਰੋਨਾ ਵਾਇਰਸ ਕਰਕੇ ਇੱਥੇ ਜਿਹੜੀ ਹੈ ਲੋਕਾਂ ਦੀ ਜਿਹੜੀ ਆਮਦ ਆ ਉਹ ਬਿਲਕੁਲ ਘਟ ਗਈ ਹੈ। ਇੱਕ ਦੁੱਕਾ ਜਿਹੜਾ ਲੋਕ ਕੋਈ ਆ ਰਹੇ ਨੇ ਜਿਨ੍ਹਾਂ ਦਾ ਘਰ ਨੇੜੇ ਹੈ ਜਾਂ ਕੋਈ ਸਮਾਨ ਬਾਜ਼ਾਰੋਂ ਲੈ ਕੇ ਆ ਰਹੇ ਨੇ, ਰਾਸ਼ਨ ਵਗੈਰਾ, ਕਿਉਂਕਿ ਅੱਜ ਰਾਸ਼ਨ ਦੀਆਂ ਦੁਕਾਨਾਂ ਤਾਂ ਖੁੱਲ੍ਹੀਆਂ ਰਹਿਣਗੀਆਂ। ਕਰਫਿਊ ਹੈ, ਕਰਫਿਊ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਚੰਡੀਗੜ੍ਹ। ਤੇ ਸੁਖਨਾ ਲੇਕ ਦੇ ਬਾਹਰ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਬੰਦ ਪਿਆ ਸੁਖਨਾ ਲੇਕ ਵੀ। ਜਨਤਾ ਕਰਫਿਊ ਦਾ ਐਜੀਪੀਸੀ ਦੇ ਵੱਲੋਂ ਸਵਾਗਤ ਕੀਤਾ ਗਿਆ। ਐਜੀਪੀਸੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਜਨਤਾ ਕਰਫਿਊ ਦਾ ਫੈਸਲਾ ਸਰਕਾਰ ਨੇ ਸਭ ਦੇ ਹਿੱਤਾਂ ਦੇ ਲਈ ਲਿਆ। ਇਸ ਨਾਲ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਦੇ ਵਿੱਚ ਆਸਾਨੀ ਹੋਵੇਗੀ। ਦੇਖੋ, ਜਨਤਾ ਕਰਫਿਊ ਸਾਡੇ ਵਾਸਤੇ ਆ, ਸਾਡੀ ਸਿਹਤ ਵਾਸਤੇ ਆ, ਸਮਾਜ ਦੀ ਸਿਹਤ ਵਾਸਤੇ ਆ, ਮਨੁੱਖਤਾ ਦੀ ਸਿਹਤ ਵਾਸਤੇ ਆ। ਇਹਦਾ ਕੋਰੋਨਾ ਵਾਇਰਸ ਦਾ ਇੱਕੋ ਇੱਕ ਇਲਾਜ ਹੈ ਕਿ ਜਿੰਨੀ ਅਸੀਂ ਦੂਰੀ ਤੋਂ ਬਣਾਈ ਰੱਖਾਂਗੇ ਉਨਾ ਹੀ ਬਚਾਅ ਆ। ਤੇ ਮਨੁੱਖਤਾ ਦੇ ਭਲੇ ਲਈ, ਆਪਣੇ ਭਲੇ ਲਈ ਅਸੀਂ ਜਿਹੜਾ ਕਰਫਿਊ ਆ, ਇਹ ਜਨਤਾ ਕਰਫਿਊ ਇਸ ਰੂਪ 'ਚ ਹੈ ਵੀ ਅਸੀਂ ਸਵੈ 'ਤੇ ਕਾਬੂ ਪਾਉਣਾ ਵਾ। ਸਵੈ 'ਤੇ ਕਾਬੂ ਪਾਉਣ ਦੇ ਨਾਲ ਜਿੱਥੇ ਅਸੀਂ
ਬਿਮਾਰੀ ਨਾਲ ਲੜ ਸਕਦੇ ਹਾਂ, ਉੱਥੇ ਅਸੀਂ ਸਰਕਾਰ ਦੇ ਵੀ ਸਹਿਯੋਗੀ ਹੋ ਸਕਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹੈਲਥ ਡਿਪਾਰਟਮੈਂਟ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਸਮੁੱਚੇ ਰੂਪ 'ਚ ਪਾਲਣਾ ਕਰਕੇ ਖੁਸ਼ੀ ਮਹਿਸੂਸ ਕਰਦੀ ਆ। ਅਸੀਂ ਸਮੁੱਚੇ ਰੂਪ 'ਚ ਇਹਨੂੰ ਲਾਗੂ ਕੀਤਾ ਵਾ। ਅਸੀਂ ਆਪ ਸਾਰੇ ਹੀ ਖੁਦ ਘਰਾਂ 'ਚ ਬੈਠੇ ਹਾਂ। ਸਾਡੀ ਬੇਨਤੀ ਆ ਕਿ ਆਪਣੇ ਭਲੇ ਲਈ, ਮਾਨਵਤਾ ਦੇ ਭਲੇ ਲਈ, ਸਰਬੱਤ ਦੇ ਭਲੇ ਲਈ ਜਿਹੜੀਆਂ ਵੀ ਸਰਕਾਰ ਡਾਇਰੈਕਸ਼ਨਾਂ ਦੇ ਰਹੀ ਆ ਕੋਰੋਨਾ ਵਾਇਰਸ ਤੋਂ ਬਚਣ ਲਈ, ਉਹਨਾਂ ਦੀ ਪਾਲਣਾ ਕਰਕੇ ਅਸੀਂ ਖੁਸ਼ੀ ਮਹਿਸੂਸ ਕਰੀਏ। ਗੁੱਡ ਮਾਰਨਿੰਗ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਲਈ ਦੇਖਦੇ ਰਹੋ ABP ਸਾਂਝਾ।